Good morning, students. How are you? I hope all you are fine. After so many days, today we are meeting. So, on your demand, beta, today I am going to discuss some important numericals based on resistors. So, our first numerical, find the equivalent resistance across the two ends A and B of the following circuits. Circuit is given below. ਬੇਟਾ ਸੋ ਇਸ ਟਾਈਪ ਦੇ ਆਪਾਂ ਨੂਮੈਰੀਕਲਸ ਦੇ ਵਿੱਚ ਵਾਟ ਵੀ ਹੈਵ ਟੂ ਡੂ ਫਸਟਲੀ ਬੇਟਾ ਇਨ ਦ ਸਟੇਟਮੈਂਟ ਦੇ ਆਰ ਆਸਕਿੰਗ ਅਬਾਊਟ ਦ ਇਕੁਇਵਲੈਂਟ ਰੈਜ਼ਿਸਟੈਂਸ ਆਫ ਦ ਫੋਲੋਇੰਗ ਸਰਕਿਟ ਤਾਂ ਬੇਟਾ ਆਪਾਂ ਇਸ ਦੇ ਵਿੱਚ ਕੀ ਕਰਨਾ ਹੈ ਇਕੁਇਵਲੈਂਟ ਰੈਜ਼ਿਸਟੈਂਸ ਨੂੰ ਫਾਈਂਡ ਕਰਨਾ ਹੈ ਕਿਸ ਪੁਆਇੰਟ ਦੇ ਵਿੱਚ ਬੇਟੇ A ਐਂਡ B ਪੁਆਇੰਟ ਤੇ A ਪੁਆਇੰਟ ਐਂਡ B ਪੁਆਇੰਟ ਤਾਂ ਬੇਟਾ ਇਸ ਦੇ ਸਾਰੇ ਸਰਕਿਟ ਦੀ ਆਪਾਂ ਇਕੁਇਵਲੈਂਟ ਰੈਜ਼ਿਸਟੈਂਸ ਨੂੰ ਫਾਈਂਡ ਕਰਨਾ ਹੈ ਸੋ ਸਭ ਤੋਂ ਫਸਟ ਟਾਸਕ ਬੇਟਾ ਆਪਾਂ ਕੀ ਦੇਖਣਾ ਹੈ ਕਿ ਆਲ ਦ ਰੈਜ਼ਿਸਟਰਸ ਆਰ ਕਨੈਕਟਡ ਇਨ ਵਿਚ ਮੈਨਰ ਆਪਾਂ ਇਹ ਚੈੱਕ ਕਰਾਂਗੇ ਬੇਟਾ ਕਿ ਜੋ ਐਵਰੀ ਰੈਜ਼ਿਸਟਰ ਹੈ ਉਹ ਕਿਸ ਮੈਨਰ ਦੇ ਵਿੱਚ ਅਟੈਚ ਹੈ ਮੀਨਸ ਬੇਟਾ ਕਿ ਉਸ ਦਾ ਐਂਡ ਟੂ ਐਂਡ ਅਟੈਚ ਹੈ ਲਾਈਕ ਇਸ ਤਰ੍ਹਾਂ ਇੱਕ ਰੈਜ਼ਿਸਟਰ ਬੇਟਾ ਉਸ ਦਾ ਐਂਡ ਬੇਟੇ ਅਨਦਰ ਰੈਜ਼ਿਸਟਰ ਦੇ ਨਾਲ ਅਟੈਚ ਹੈ ਔਰ ਬੇਟੇ ਇਹ ਆਪਣਾ ਫਸਟ ਕੇਸ ਹੁੰਦਾ ਸੀਗਾ ਬੇਟਾ ਸੀਰੀਜ਼ ਦਾ ਸੀਰੀਜ਼ ਕਨਸੈਪਟ ਕਰਦੇ ਸੀ ਰਾਜੇ ਨਾਓ ਸੈਕਿੰਡ ਕਨਸੈਪਟ ਕੀ ਹੁੰਦਾ ਸੀ ਬੇਟਾ ਕਿ ਸਾਡੇ ਕੋਲ ਦੋ ਪੁਆਇੰਟਸ ਫਿਕਸ ਹੁੰਦੇ ਸੀ A ਐਂਡ B ਬੇਟੇ ਐਵਰੀ ਜੋ ਰੈਜ਼ਿਸਟਰ ਹੁੰਦਾ ਸੀ ਉਸ ਦੇ ਵਿੱਚ ਕਨੈਕਟਡ ਹੁੰਦਾ ਸੀ ਹਰ ਇੱਕ ਰੈਜ਼ਿਸਟਰ ਦਾ ਬੇਟਾ ਜੋ ਐਂਡ ਸੀਗਾ ਉਹ ਇਸ ਟੂ ਐਂਡਸ ਦੇ ਨਾਲ ਹੀ ਅਟੈਚ ਸੀਗਾ in this manner. So this combination is known as a parallel combination. Parallel combination. So firstly beta we will check कि in our given circuit all the resistors are attached in which manner. So firstly beta we will see our given circuit. So beta in this circuit terminal of first resistor attached to the other terminal of the resistor. Similarly beta other end of this resistor is attached to the other resistor. In this way beta every resistor are connected in this manner. ਤਾਂ ਬੇਟਾ ਅਸੀਂ ਇਸ ਦੇ ਵਿੱਚ ਚੈੱਕ ਕੀਤਾ ਕਿ ਕੀ ਹੈ ਸਾਡਾ ਇੱਕ ਰੈਜ਼ਿਸਟਰ ਦਾ ਐਂਡ ਦੂਜੇ ਰੈਜ਼ਿਸਟਰ ਦੇ ਐਂਡ ਦੇ ਨਾਲ ਅਟੈਚ ਹੈ ਤਾਂ ਇਟ ਮੀਨਸ ਬੇਟਾ ਆਪਣਾ ਸਰਕਿਟ ਕੀ ਹੈ ਇਨ ਸੀਰੀਜ਼ ਹੈ ਸੋ ਇਨ ਸੀਰੀਜ਼ ਵਾਲਾ ਤਾਂ ਬੇਟਾ ਆਪਾਂ ਨੂੰ ਕਨਸੈਪਟ ਪਤਾ ਹੀ ਹੈ ਕੀ ਕਰਦੇ ਸੀ ਆਪਾਂ RS equals to R1 plus R2 R2 plus R3. So this is a formula for series combination. ਹੁਣ ਬੇਟਾ ਇਸ ਡਾਇਗਰਾਮ ਦੇ ਵਿੱਚ all ਜੋ ਸਾਡੇ ਰੈਜ਼ਿਸਟਰਸ ਨੇ ਉਹ ਕਨੈਕਟਡ ਨੇ ਬੇਟਾ ਸੀਰੀਜ਼ ਹੈ ਇਟ ਮੀਨਸ ਇਸ ਨੂੰ ਸੋਲਵ ਕਰਨਾ ਤਾਂ ਬਹੁਤ ਈਜ਼ੀ ਹੋ ਗਿਆ ਆਪਣੇ ਲਈ ਇਟਸ ਵੈਰੀ ਈਜ਼ੀ ਟੂ ਸੋਲਵ ਤਾਂ ਆਪਾਂ ਕੀ ਕੀਤਾ ਬੇਟੇ RS ਜਿੰਨੇ ਵੀ ਰੈਜ਼ਿਸਟਰ ਨੇ ਬੇਟੇ R1 R2 R3 ਬੇਟਾ ਰਿਪਰੈਜ਼ੈਂਟਸ ਦਾ ਨੰਬਰ ਆਫ ਰੈਜ਼ਿਸਟਰਸ ਦੈਟ ਆਰ ਕਨੈਕਟਡ ਇਨ ਆਰ ਗਿਵਨ ਸਰਕਿਟ ਤਾਂ ਬੇਟਾ ਜੋ ਉਸ ਦੀ ਵੈਲਿਊ ਹੋਗੀ ਉਸ ਨੂੰ ਆਪਾਂ ਸਿੰਪਲੀ ਐਡ ਅਪ ਕਰ ਦਾਂਗੇ ਸੋ ਆਲ ਰੈਜ਼ਿਸਟਰਸ ਆਰ ਹੈਵਿੰਗ ਬੇਟਾ ਸੇਮ ਵੈਲਿਊ ਦੈਟ ਇਜ਼ R ਇਟ ਮੀਨਸ ਬੇਟਾ ਆਪਾਂ ਕਾਊਂਟ ਕਰ ਲਏ ਕਿੰਨੇ ਨੇ 1 2 3 4 5 ਤਾਂ ਬੇਟੇ 5 ਟਾਈਮਸ ਆਪਾਂ ਕੀ ਕੀਤਾ R ਨੂੰ ਐਡ ਕਰ ਲਿਆ 2 3 4 5 so RS is equals to 5R so this is the answer ਸੋ ਬੇਟਾ ਇਹ ਤਾਂ ਬਹੁਤ ਈਜ਼ੀ ਵਾਲਾ ਸਰਕਿਟ ਸੀਗਾ ਤਾਂ ਇਸ ਟਾਈਪ ਦੇ ਨਾਲ ਬੇਟਾ ਆਪਾਂ ਫਸਟ ਤੇ ਚੈੱਕ ਕਰਾਂਗੇ ਕਿ ਆਪਣਾ ਸਰਕਿਟ ਜੋ ਗਿਵਨ ਹੈ ਉਹ ਕਿਸ ਟਾਈਪ ਦਾ ਹੈ ਕਿਸ ਕੰਬੀਨੇਸ਼ਨ ਦਾ ਹੈ ਸਮਟਾਈਮਸ ਬੇਟਾ ਮਿਕਸਡ ਗਰੁੱਪਿੰਗ ਵੀ ਹੁੰਦੀ ਹੈ ਮੀਨਸ ਸੀਰੀਜ਼ ਦੇ ਵਿੱਚ ਵੀ ਸਮ ਰੈਜ਼ਿਸਟਰਸ ਅਟੈਚਡ ਹੁੰਦੇ ਨੇ ਔਰ ਸਮ ਪੈਰਲਲ ਦੇ ਵਿੱਚ ਹੁੰਦੇ ਨੇ ਤਾਂ ਉਸ ਨੂੰ ਬੋਲਦੇ ਨੇ ਬੇਟਾ ਮਿਕਸ ਗਰੁੱਪਿੰਗ ਆਫ ਰੈਜ਼ਿਸਟਰਸ ਔਰ ਰੈਜ਼ਿਸਟੈਂਸਿਸ ਸੋ ਆਪਣਾ ਇਹ ਸਿੰਪਲ ਸਰਕਿਟ ਸੀ ਨੈਕਸਟ ਆਪਾਂ ਬੇਟਾ ਅੱਗੇ ਡਿਸਕਸ ਕਰਦੇ ਹਾਂ now beta second example second circuit beta point A given है B given है 4 resistors are arranged in this manner so beta again ਆਪਾਂ ਕੀ ਚੈੱਕ ਕਰਾਂਗੇ ਕਿ between A and B ਜੋ ਸਾਡੇ ਰੈਜ਼ਿਸਟਰਸ ਨੇ ਬੇਟਾ ਉਹ ਕਿਸ ਮੈਨਰ ਦੇ ਵਿੱਚ ਅਟੈਚ ਨੇ ਤਾਂ ਬੇਟਾ ਇੱਥੋਂ ਤਾਂ ਸਿੰਪਲੀ ਪਤਾ ਲੱਗ ਰਿਹਾ ਦੇਖੋ both the
ਰਜਿਸਟਰਸ ਆਰ ਪੈਰਲਰ ਟੂ ਈਚ ਅਦਰ, ਕਿਉਂਕਿ ਬੇਟੇ ਦੇਖੋ ਦੋਨਾਂ ਦੇ ਐਂਡਸ ਨੇ ਜੋ ਇੱਕ ਪੁਆਇੰਟ ਦੇ ਉੱਤੇ ਆ ਕੇ ਮੀਟ ਕਰ ਰਹੇ ਨੇ। ਸਿਮਿਲਰਲੀ ਬੇਟੇ ਦੋਨਾਂ ਦੇ ਐਂਡਸ ਇੱਕ ਪੁਆਇੰਟ ਦੇ ਉੱਤੇ ਮੀਟ ਕਰ ਰਹੇ ਨੇ। ਇਨ ਦ ਸੇਮ ਵੇ ਬੇਟਾ these two also are connected in parallel। ਸੋ ਬੇਟਾ ਇੱਥੇ ਤਾਂ ਆਪਣਾ ਜੋ ਕੈਲਕੂਲੇਸ਼ਨ ਸੀ ਬਹੁਤ ਈਜ਼ੀ ਹੋ ਗਿਆ। ਤਾਂ ਆਪਾਂ ਕੀ ਕਰਾਂਗੇ ਬੇਟੇ, ਇਸ ਨੂੰ ਚਾਹੇ ਨੇਮਸ ਦੇ ਲਓ ਅਗਰ ਤੁਹਾਨੂੰ ਕਨਵੀਨੀਅੰਟ ਲੱਗਦਾ ਰਜੇ। ਤਾਂ ਹੁਣ ਆਪਾਂ ਕੀ ਕਰਾਂਗੇ ਬੇਟਾ, ਫਸਟਲੀ ਇਸ ਕੰਬੀਨੇਸ਼ਨ ਨੂੰ ਬੇਟੇ ਸੋਲਵ ਕਰ ਲਾਂਗੇ, ਸਿਮਿਲਰਲੀ ਇਸ ਨੂੰ ਸੋਲਵ ਕਰ ਲਾਂਗੇ। ਅਗੈਨ ਬੇਟਾ ਜੋ ਇਹਨਾਂ ਦਾ ਇਕੁਈਵੈਲੈਂਟ ਹੈ ਉਹ ਵੀ ਕੀ ਆਊਗਾ ਰਾਜੇ, ਪੈਰਲਰ ਦੇ ਵਿੱਚ ਆਊਗਾ, ਕਿਉਂਕਿ ਦੇਖੋ ਦੋਨਾਂ ਦੇ ਐਂਡ ਕੀ ਨੇ ਬੇਟਾ, ਇੱਕ ਪੁਆਇੰਟ ਦੇ ਨਾਲ ਅਟੈਚ ਨੇ। ਸਿਮਿਲਰਲੀ ਬੇਟੇ ਦੋਨਾਂ ਦੇ ਐਂਡਸ ਕੀ ਨੇ, ਇੱਕ ਪੁਆਇੰਟ ਦੇ ਨਾਲ ਅਟੈਚ ਨੇ। ਇਸ ਕਰਕੇ ਬੇਟਾ ਹੋਲ ਜੋ ਕੰਬੀਨੇਸ਼ਨ ਹੈ ਉਹ ਕਿਹਦੇ ਵਿੱਚ ਆਊਗਾ, ਆਪਣਾ ਪੈਰਲਰ ਦੇ ਵਿੱਚ ਆਊਗਾ। ਔਰ ਬੇਟੇ ਆਲਸੋ ਵੀ ਨੋ ਦੈਟ ਕਿ ਪੈਰਲਰ ਦੇ ਵਿੱਚ ਕੀ ਹੁੰਦਾ, 1/RP ਇਕੁਅਲਸ ਟੂ 1/R1 ਪਲੱਸ 1/R2। ਤਾਂ ਆਪਣਾ ਇਹ ਬੇਟਾ ਜੋ ਕੰਬੀਨੇਸ਼ਨ ਪੈਰਲਰ ਦੇ ਵਾਸਤੇ ਹੁੰਦਾ ਹੈ। ਠੀਕ ਹੈ ਜੀ, ਹੁਣ ਆਪਾਂ ਇਸ ਨੂੰ ਸੋਲਵ ਕਰਾਂਗੇ। ਔਰ ਬੇਟਾ ਇਸ ਫਾਰਮੂਲਾ ਨੂੰ ਆਪਾਂ ਹੋਰ ਵੀ ਜੋ ਸਿੰਪਲੀਫਾਈ ਕਰਕੇ ਆਪਾਂ ਲਿਖ ਸਕਦੇ ਹਾਂ ਉਹ ਲਿਖਦੇ ਸੀ ਰਾਜੇ ਕਿ R ਇਕੁਈਵੈਲੈਂਟ ਇਕੁਅਲਸ ਟੂ R1 R2 ਬਾਈ R1 ਪਲੱਸ R2। ਠੀਕ ਹੈ ਜੀ, ਇਸ ਟਾਈਪ ਦੇ ਨਾਲ ਆਪਾਂ ਇਸ ਫਾਰਮੂਲਾ ਨੂੰ ਆਪਾਂ ਔਰ ਲਿਖ ਸਕਦੇ ਹਾਂ। ਯੂ ਕੈਨ ਯੂਜ਼ ਦਿਸ ਫਾਰਮੂਲਾ ਬੇਟਾ ਔਰ ਯੂ ਕੈਨ ਦਿਸ ਆਲਸੋ। ਕਲੀਅਰ ਜੀ। ਹੁਣ ਆਪਾਂ ਕੀ ਕਰਾਂਗੇ, ਹੁਣ ਬੇਟਾ ਆਪਾਂ ਨੂੰ ਪਤਾ ਹੈ ਕਿ ਫਸਟ ਜੋ ਹੈ ਇਸ ਨੂੰ ਬੇਟਾ ਆਪਾਂ R1 ਇਕੁਈਵੈਲੈਂਟ ਦੇ ਨਾਲ ਡਿਨੋਟ ਕਰ ਲਿਆ ਬੇਟਾ, ਇਸ ਕੰਬੀਨੇਸ਼ਨ ਨੂੰ R2 ਇਕੁਈਵੈਲੈਂਟ ਦੇ ਨਾਲ ਕਰ ਲਿਆ ਕਿ ਜੋ ਇਸ ਨੂੰ ਸੋਲਵ ਕਰਕੇ ਆਊਗਾ ਬੇਟੇ ਅਸੀਂ ਉਸ ਨੂੰ R1 ਇਕੁਈਵੈਲੈਂਟ ਨਾਲ ਰਿਪਰੈਜ਼ੈਂਟ ਕਰਾਂਗੇ। ਸਿਮਿਲਰਲੀ ਇਸ ਨੂੰ ਵੀ ਆਪਾਂ R2 ਇਕੁਈਵੈਲੈਂਟ ਦੇ ਨਾਲ ਰਿਪਰੈਜ਼ੈਂਟ ਕਰਾਂਗੇ। ਬੇਟਾ ਰਿਪਰੈਜ਼ੈਂਟੇਸ਼ਨ ਹੈ, ਤੁਸੀਂ RA ਔਰ RB ਵੀ ਕੰਸੀਡਰ ਕਰ ਸਕਦੇ ਹੋ, ਤਾਂ ਕੋਈ ਮੈਟਰ ਨਹੀਂ ਹੈ। ਤਾਂ ਹੁਣ ਆਪਾਂ ਬੇਟਾ R1 ਇਕੁਈਵੈਲੈਂਟ ਨੂੰ ਸੋਲਵ ਕਰਾਂਗੇ। R1 ਇਕੁਈਵੈਲੈਂਟ ਇਸ ਨੂੰ ਸੋਲਵ ਕਰਾਂਗੇ ਬੇਟੇ। ਤਾਂ ਆਪਣਾ ਫਾਰਮੂਲਾ ਕੀ ਸੀਗਾ ਬੇਟਾ, R1 R2 ਅਪੋਨ R1 ਪਲੱਸ R2। ਹੁਣ ਬੇਟੇ ਵੈਲਿਊ ਸਬਸਟੀਟਿਊਟ ਕਰ ਦਿਓ, 2 × 2 ਬਾਏ 2 + 2, 2 × 2 ਕੀ ਆ ਗਿਆ ਬੇਟਾ, 4/4, 4 ਨਾਲ 4 ਕੈਂਸਲ ਆਊਟ ਬੇਟਾ, 1 ਓਮ। ਇਟ ਮੀਨਸ ਬੇਟੇ ਜੋ ਸਾਡੀ R1 ਇਕੁਈਵੈਲੈਂਟ ਸੀਗਾ ਉਹ ਕੀ ਆ ਗਿਆ ਬੇਟਾ, 1 ਓਮ ਆ ਗਿਆ। ਸਿਮਿਲਰਲੀ ਬੇਟੇ R2 ਇਕੁਈਵੈਲੈਂਟ ਕੀ ਆ ਜਾਊਗਾ ਰਾਜੇ, ਉਹ ਵੀ 1 ਓਮ ਆ ਜਾਊਗਾ, ਬਿਕੋਜ਼ ਬੇਟੇ all the values are having same value, means all the resistors are having same value। ਤਾਂ ਬੇਟਾ ਸਿਮਿਲਰਲੀ ਆਪਣੇ ਕੋਲ ਕੀ ਆ ਗਿਆ ਬੇਟਾ, R1 ਵੀ ਆ ਗਿਆ, R2 ਵੀ ਆ ਗਿਆ। ਹੁਣ ਫਰਦਰ ਬੇਟੇ ਦੋਨੋਂ ਜੋ ਨੇ ਉਹ ਵੀ ਅਗੈਨ ਪੈਰਲਰ ਨੇ। ਤਾਂ ਬੇਟੇ ਇੱਥੇ ਆਪਾਂ ਕੀ ਲੈ ਲਿਆ, R ਇਕੁਈਵੈਲੈਂਟ ਨਾਲ ਕੰਸੀਡਰ ਕਰ ਲਿਆ ਬੇਟੇ, 1/R1 ਇਕੁਈਵੈਲੈਂਟ ਪਲੱਸ 1/R2 ਇਕੁਈਵੈਲੈਂਟ। ਤਾਂ ਵੈਲਿਊ ਸਬਸਟੀਟਿਊਟ ਕਰ ਦਿਓ ਬੇਟਾ, 1/1 ਪਲੱਸ 1/1 ਇਕੁਅਲਸ ਟੂ 2 ਓਮ। ਸੋ ਬੇਟਾ ਦਿਸ ਇਜ਼ ਆਰ ਆਂਸਰ, ਮੀਨਸ ਜੋ ਬੇਟੇ R ਇਕੁਈਵੈਲੈਂਟ ਹੈ ਉਹ ਕਿੰਨਾ ਆ ਗਿਆ ਬੇਟਾ, 2 ਓਮ ਆ ਗਿਆ ਇਸ ਸਰਕਿਟ ਦਾ। ਸੋ ਬੇਟੇ in this manner we will solve this type of the circuit diagrams। now beta third problem, circuit is given beta this। ਹੁਣ ਬੇਟਾ ਅਗੈਨ ਦੇਖੋ ਕਿ ਸਰਕਿਟ ਦੇ ਵਿੱਚ ਜੋ ਰਜਿਸਟਰਸ ਨੇ ਬੇਟਾ ਕਿਸ ਮੈਨਰ ਦੇ ਵਿੱਚ ਅਟੈਚ ਨੇ। ਬੇਟੇ ਆਪਣੇ ਆਪ ਸੋਚਣ ਦੀ ਕੋਸ਼ਿਸ਼ ਕਰੋ। ਦੇਖੋ ਸਭ ਤੋਂ ਪਹਿਲਾਂ ਨਾ ਆਪਾਂ ਦੇਖਦੇ ਹਾਂ ਬੇਟਾ, ਤੁਸੀਂ ਇਸ ਨੂੰ ਇਨਰ ਸਰਕਿਟ ਔਰ ਆਊਟਰ ਸਰਕਿਟ ਦੇ ਨਾਲ ਵੀ ਐਜ਼ਿਊਮ ਕਰਕੇ ਆਪਣੇ ਸਰਕਿਟ ਡਾਇਗਰਾਮ ਨੂੰ ਸਿੰਪਲੀਫਾਈ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਬੇਟਾ ਆਊਟਰ ਸਰਕਿਟ ਸਾਡਾ ਇਹ ਹੈ, ਇਨਰ ਸਰਕਿਟ ਇਹ ਹੈ। ਤਾਂ ਆਪਾਂ ਦੇਖਿਆ ਬੇਟਾ ਕਿ ਅਗਰ ਇਹ ਦੋ ਰਜਿਸਟਰਸ ਨੇ ਬੇਟੇ, ਇਹ ਐਂਡ ਟੂ ਐਂਡ ਮੀਨਸ ਇਸ ਦਾ ਟਰਮੀਨਲ ਨੈਕਸਟ ਦੇ ਨਾਲ ਅਟੈਚ ਹੈ, ਨੈਕਸਟ ਵਾਲਾ ਅੱਗੇ ਅਟੈਚ ਹੈ। ਤਾਂ ਆਪਣੇ ਇਹਦੇ ਵਿੱਚ ਕੀ ਨੇ ਬੇਟੇ, ਟਰਮੀਨਲ ਟੂ ਟਰਮੀਨਲ ਅਟੈਚ ਨੇ। ਅਗਰ ਆਪਾਂ ਇਸ ਨੂੰ ਸੋਲਵ ਕਰ ਲਈਏ ਤਾਂ ਇੱਥੇ ਬੇਟੇ ਆਪਣੇ ਕੋਲ R ਬਣ ਜੂਗਾ। ਤਾਂ ਤਿੰਨੋਂ ਦੇਖੋ ਇੱਕ ਐਂਡ ਦੇ ਅਟੈਚ ਹੋਣਗੇ ਬੇਟਾ ਇਸ ਨੂੰ ਸਿੰਪਲੀਫਾਈ ਕਰਨ ਦੇ ਲਈ। ਹੋਰ ਦੇਖੋ ਹੁਣ ਇੱਕ ਰਜਿਸਟਰ ਤਾਂ ਬੇਟਾ ਹੈਗਾ ਹੀ ਆਪਣਾ 5 ਓਮ ਵਾਲਾ। ਠੀਕ ਹੈ। ਹੁਣ ਅਗੈਨ ਆਪਾਂ ਕੀ ਕੀਤਾ ਬੇਟੇ, ਜੋ ਇਸ ਕੰਬੀਨੇਸ਼ਨ ਨੂੰ ਸੋਲਵ ਕਰ ਲਿਆ। ਫੋਰ ਐਗਜ਼ਾਮਪਲ ਉੱਥੇ ਆਪਣੇ ਕੋਲ ਲੈ ਲਿਆ ਬੇਟੇ R ਲੈ ਲਿਆ ਆਪਾਂ, ਕਿ ਇਸ ਦਾ ਜੋ ਆਂਸਰ ਆਇਆ R ਆਇਆ, ਕੁਛ ਵੀ ਲੈ ਸਕਦੇ ਹੋ, R ਇਕੁਈਵੈਲੈਂਟ ਹੀ ਕੰਸੀਡਰ ਕਰ ਲਓ ਚਾਹੇ। ਠੀਕ ਹੈ ਜੀ। ਤਾਂ ਇਹਨਾਂ ਦੋਨਾਂ ਨੂੰ ਬੇਟਾ ਸੋਲਵ ਕਰਕੇ ਆਪਣੇ ਕੋਲ ਇਹ ਆ ਗਿਆ। ਸਿਮਿਲਰਲੀ ਥਰਡ ਕੀ ਹੈ ਬੇਟੇ, ਆਪਣੇ ਕੋਲ 5 ਓਮ ਹੈਗਾ ਹੀ ਹੈ। ਤਾਂ ਬੇਟੇ ਜੋ ਤਿੰਨੋਂ ਨੇ ਉਹ ਕੀ ਨੇ, ਇੱਕ ਪੁਆਇੰਟ ਦੇ ਨਾਲ ਹੀ ਅਟੈਚ ਨੇ ਨਾ। ਆ ਤਿੰਨੋਂ ਕੀ ਨੇ, ਇਹ ਇਕੁਈਵੈਲੈਂਟ ਤੁਹਾਡਾ ਸਰਕਿਟ ਆ ਗਿਆ। ਤਾਂ ਤਿੰਨੋਂ ਕੀ ਨੇ ਬੇਟਾ, ਇਸ ਟਾਈਪ ਦੇ ਨਾਲ ਅਰੇਂਜ ਹੋ ਜਾਣਗੇ। ਤਾਂ ਤਿੰਨੋਂ ਕੀ ਹੋਣਗੇ ਬੇਟੇ, ਪੈਰਲਰ ਦੇ ਵਿੱਚ ਹੋਣਗੇ। ਇਟ ਮੀਨਸ
फस्ट केस दे विच बेटे आपां इस दोनों सीरीज़ वाले रजिस्टर्स नूं सॉल्व करांगे। आफ्टर दैट बेटे ऑल 3 आर की हो जाएंगे पैरलर टू ईच अदर। आफ्टर दैट बेटा वी विल अप्लाई पैरलर कॉम्बिनेशन एंड वी विल गेट आर रिजल्ट। सो नाउ लेट्स स्टार्ट। बेटा सपोज दिस इज योर R1, R2, R3 और R4। नाउ फर्स्ट तो आप सॉल्व करना है बेटा R2 और R3 में, ठीक है जी, बिकॉज बेटा R2 एंड R3 आर इन सीरीज कॉम्बिनेशन। सो बेटा इसका जो आप आर इक्विवेलेंट लिया सीगा तो की आजू बेटे R2 + R3 और दोनों दी वैल्यूज़ बेटा 5 + 5 मीनस 10 ओम। क्लीयर? इट मीनस बेटा जो ये आर इक्विवेलेंट सीगा वो की आ गया बेटे 10 ओम आ गया। क्लीयर जी? हुण बेटा तीनों की ने पैरलर दे विच ने, तो अगैन आप लिखांगे बेटे R1 आर इक्विवेलेंट एंड R4 आर कनेक्टेड in parallel now beta 1 by rp equals to 1 by r1 plus 1 by r equivalent plus 1 by r the 4। now substitute all the values। r1 beta 5 plus equivalent 1 by 10 plus 1 by 5। now beta solve this, you will get 1 by rp equals to 5 by 10, 5 to the 10 बेटे, और rp equals to 2 ohm। so बेटे in this manner we will solve this type of the numericals। now beta our next problem and last problem, fourth, given circuit बेटा as shown in the figure। so बेटा sometimes ऐसी फिगर नूं देख के बच्चा कन्फ्यूज़ हो जाते हो। so no need to take tension, no need to create any confusion। so बेटे इस दे विच भी अगैन साडा सेम लॉजिक बेटा आपां चैक करांगे विच रजिस्टर्स आर कनैक्टेड एंड टू एंड। क्लीयर जी? हुण बेटा इस फिगर दे विच आउटर और इनर सर्किट नूं देखो बेटे, जदों आपां ये दो सर्किट्स नूं देखिया बोथ द सर्किट्स आर अटैच्ड इन सीरीज़, क्योंकि बेटा इसका एक एंड नैक्सट वाले नाल अटैच है, नैक्सट वाले दा अगे अपने टर्मिनल दे नाल अटैच है। तो इट मीनस बेटा दिस वन एंड दिस वन बोथ द रजिस्टर्स आर कनैक्टेड इन सीरीज़। सिमिलरली बेटा अगर आप देखिया इत्थे देखो इस रजिस्टर का एक एंड बेटा इत्थे अटैच है, नैक्सट एंड इस दे नाल बेटा उसका नैक्सट एंड इस दे नाल। इट मीनस जो ये वाले सारे रजिस्टर्स ने बेटे ऑल्सो इन सीरीज़ ने। हुण बेटा आप इस चीज़ नूं देखिया ये की है बेटे 2 ओम एंड 2 ओम। हुण ये भी देखो तो बेटा इस एंड तो बेटा स्टार्ट होए, ठीक है जी, अगे अटैच किया बेटा उहदा अगे अटैच की है नैक्सट एंड दे नाल है। तो इट मीनस जो दोनों बेटे साडे ये वाले रजिस्टर्स ने वो भी की ने सीरीज़ दे विच ने। हुण अगर आप की करिए बेटा इन्हां दोनों नूं सीरीज़ दे विच करके सॉल्व किया, उस तो बाद बेटा ये इस दे नाल पैरलर नहीं हो जाऊगा, क्योंकि बेटे एक ए वाला एंड है और एक ए वाला एंड है बेटे, उहदे विच दो अटैच ने। तो इट मीनस बेटे बोथ आर पैरलर टू ईच अदर। तो सब तो फर्स्ट टास्क की होगा बेटा साडा इस दोनों नूं सीरीज़ कॉम्बीनेशन नाल सॉल्व कर लांगे बेटे। अगैन ये दो की आ जाएंगे पैरलर दे विच आ जाएंगे। तो पैरलर नूं सॉल्व करके एक इत्थे साडे कोल इक्विवेलेंट रजिस्टेंस आ जूगी। दैन आपां की करांगे बेटा दिस वन एंड दिस वन ऑल्सो आर कनैक्टेड इन सीरीज़। तीनों की हो जाएंगे बेटा सीरीज़ दे विच हो जाएंगे। इस नूं सॉल्व कर लांगे, इन्हां नूं सॉल्व कर लांगे। एट द एंड की होगा बेटा ये दोनों जिहड़ी लाइनस ने एक पॉइंट ते अटैच ने। इट मीनस जो असी होल सर्किट नूं सॉल्व किया और ये नीचे वाला सर्किट है बेटे, दोनों की हो जाएंगे आपस दे विच पैरलर हो जाएंगे। तो इस टाइप दे नाल बेटा तुसीं इस सर्किट नूं की करना है, सिंपलीफाई करना है। नाउ हुण आपां सॉल्व करांगे बेटे, इसनूं नेमिंग कर दिंदे आपां सपोज कर ले बेटे R1 R2 R3 R4
R5, R6 और R7 सॉरी 7 क्लीयर। हुण बेटे आपां लिखिया फस्ट अपने कोल आया कि जो R3 and R4 are connected in series ਦੇ ਵਿੱਚ नहीं बेटा ਆਪਾਂ RS1 ਸਪੋਜ਼ ਕਰ ਲਿਆ बेटा इज द इक्विवेलेंट रेजिस्टेंस तो अपने कोल की आजू बेटे R3 प्लस R4 इक्वल्स टू 2 + 2 इक्वल्स टू बेटा 4 ओम। तो अपना जो इसनू सॉल्व करके सी बेटे वो की आ गया RS1 आ गया। हुण RS1 और R2 बोथ आर बेटे पैरेलल टू ईच अदर। फर्दर बेटे RS1 R2 are connected in parallel। ठीक है जी। तो बेटे इसकी इक्विवेलेंट आप रेजिस्टेंस सपोज कर लिया कि RP1 है, कुछ भी कंसीडर कर सकते हो बेटे RS1 प्लस R2 क्लीयर। नाउ बेटा RS1 की वैल्यू की सी बेटे 4 ओम 1/4 प्लस 1/R1 की सी बेटे वो भी अपने को सॉरी R2 की सी 1/4। तो बेटा जो इसनू सॉल्व किया तो तुहाडे कोल आ जाऊगा बेटे 1/2 1/2 आ गया जी। तो अपने कोल की आ गया बेटा जो RP1 सी बेटे वो की आ गया रेसिप्रोकल करता अपने कोल 2 ओम आ गया क्लीयर। हुण बेटे आ वाला सारा जिहड़ा सर्किट से सॉल्व करता बेटा इस जगह ते साडे कोल की आ गया बेटा RP1 आ गया। हुण बेटे साडा R1 इत्थे साडा RP1 और R5 ऑल 3 आर कनैक्टेड इन बेटा सीरीज़ दे विच। हुण अपने कोल किहड़े किहड़े आ गए बेटे R1 RP1 R5 ऑल आर इन सीरीज़। ठीक है जी। तो हुण इसकी बेटे जो अपने कोले इक्विवेलेंट रेजिस्टेंस सीगी असीं वो सपोज कर ली बेटे RS1 इक्वल्स टू इस तिन्नों ऐड कर दो R1 प्लस RP1 प्लस R5। तो बेटे जो इसनू सॉल्व करोगे 1 + 2 + 1 इक्वल्स टू 4 ओम। तो ये की आ गया बेटे साडे कोले R इत्थे S2 कंसीडर कर लो बेटा RS2। तो RS2 की वैल्यू अपने कोल की आ गई राजे 4 ओम। हुण बेटे जो अपने कोल अपर सर्किट जो सारा आप कंप्लीट कर लिया उसकी वैल्यू आ गई RS2। हुण अपने कोल की ने बेटे R6 एंड R7 सीरीज़ दे विच ने। ठीक है जी। तो यदा इक्विवेलेंट लवांगे। हुण अपने कोल की ने बेटा R6 एंड R7 आर इन सीरीज़। इसका बेटा जो इक्विवेलेंट है RS3 ले लिया बेटे R6 प्लस R7 इक्वल्स टू क्या आ गया बेटे 6 और 7 की कितनी है 2 + 2 इक्वल्स टू 4 हुण बेटे RS3। तो इट मीनस बेटा जो ये सारा नीचे वाला सर्किट से उसने सानू RS3 की वैल्यू दी बेटा। जो साडा ये अपर सर्किट से बेटे उसने सानू किस दी वैल्यू दी बेटा RS2। हुण दोनों की ने बेटे पैरेलल दे विच ने। तो पैरेलल दे विच आपां की करांगे बेटे 1/R आपां इक्विवेलेंट सर्किट ले लिया बेटा 1/RS2 प्लस 1/RS3। तो वैल्यूज़ पुट कर दो रजे। वैल्यूज़ अपने कोल की आ गई 4 ने बेटा दोनों दियाँ 1/4 प्लस 1/4। इसनू सॉल्व करोगे तो बेटा R किस दे इक्वल आ गया 2 ओम दे। सो बेटा इस टाइप के सर्किट्स नूं तुसीं एवें सिंपलीफाई करने। सो फॉर दिस लेक्चर बेटा दिस मच इज़ सफिशिएंट थिंक सो बेटे सी यू थैंक यू बेटे। इफ़ you will face any problem from these numericals then beta you can ask freely. Thank you so much.